ਇਸ ਤੋਂ ਪਹਿਲਾਂ ਆਪਾਂ 3 ਦਿਨ ਕਰ ਚੁੱਕੇ ਹਾਂ ਟੌਪਿਕ ਰਿਲੇਸ਼ਨ ਐਂਡ ਫੰਕਸ਼ਨ ਦੇ। ਇਕੁਇਵਲੈਂਸ ਰਿਲੇਸ਼ਨ ਨੂੰ ਹੀ ਆਪਾਂ ਅੱਗੇ ਲੈ ਕੇ ਚੱਲਣਾ ਹੈ। ਇਕੁਇਵਲੈਂਸ ਰਿਲੇਸ਼ਨ ਕਾਫੀ ਇੰਪੋਰਟੈਂਟ ਹੈ। ਕੁਝ ਸਟੂਡੈਂਟ ਕਹਿ ਰਹੇ ਨੇ ਇਕੁਇਵਲੈਂਸ ਰਿਲੇਸ਼ਨ 'ਚ ਕੁਝ ਦਿੱਕਤ ਆ ਰਹੀ। ਬਿਲਕੁਲ ਇਹ ਪੂਰਾ ਦਾ ਪੂਰਾ ਕਨਸੈਪਚੁਅਲ ਟੌਪਿਕ ਹੈ, ਲੇਕਿਨ ਅੱਜ ਅਗਰ ਤੁਸੀਂ ਇਕੁਇਵਲੈਂਸ ਰਿਲੇਸ਼ਨ ਦੇ ਸਾਰੇ ਕੁਐਸਚਨ ਕਰ ਲੈਂਦੇ ਹੋ ਤਾਂ ਤੁਹਾਡੇ ਸਾਰੇ ਦੇ ਸਾਰੇ ਜੋ ਪ੍ਰੀਵੀਅਸ ਡਾਊਟਸ ਨੇ, ਜੋ ਵੀ ਇਸ ਤੋਂ ਪਹਿਲਾਂ ਨੇ, ਉਹ ਸਾਰੇ ਦੇ ਸਾਰੇ ਕਲੀਅਰ ਹੋ ਜਾਣਗੇ। ਟਾਈਮ ਨਾ ਵੇਸਟ ਕਰੀਏ, ਸ਼ੁਰੂਆਤ ਕਰਦੇ ਹਾਂ। ਅ ਵੈਰੀ ਇੰਪੋਰਟੈਂਟ NCERT PSEB एंड CBSE ਦਾ ਇੰਪੋਰਟੈਂਟ ਕੁਐਸਚਨ ਹੈ, ਪ੍ਰੀਵੀਅਸ ਈਅਰ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਸ਼ੁਰੂ ਕਰਦੇ ਹਾਂ, ਸਟੇਟਮੈਂਟ ਰੀਡ ਕਰਦੇ ਹਾਂ ਤੇ ਨਾਲ ਉਹਦੇ ਪ੍ਰੂਫ ਸ਼ੁਰੂ ਕਰਦੇ ਹਾਂ। let L be set of all lines in XY plane। कैपिटल L की चीज है, कैपिटल L की है, कैपिटल L it is a set of all lines in XY plane। मीन जो भी XY plane च लाइन है वो सारी इनदे च आ जाती है। जिवें सेट है, जिवें L is a set of all student of +2 class, जिवें इनदे च सारे +2 ਦੇ ਸਟੂਡੈਂਟ ਆ ਜਾਣਗੇ। ਲੇਕਿਨ ਇੱਥੇ ਕੀ L is a set of all lines in XY plane। ਮੈਂ ਇੱਕ ਵਾਰ ਸਮਝਾਉਣ ਦੀ ਗੱਲ ਕਰ ਰਿਹਾ, ਆਪਾਂ ਨੂੰ ਐਗਜ਼ਾਮ ਵਾਸਤੇ ਨਹੀਂ ਚਾਹੀਦਾ। ਮੈਨੂੰ L ਦੇ ਵਿੱਚ ਇਹ ਲਾਈਨ ਆ ਰਹੀ ਹੈ, ਇਹ ਲਾਈਨ ਵੀ ਹੈ, L ਦੇ ਵਿੱਚ ਇਹ ਵਾਲੀ ਲਾਈਨ ਵੀ ਹੈ, L ਦੇ ਵਿੱਚ ਇਹ ਵਾਲੀ ਲਾਈਨ ਵੀ ਹੈ, L ਦੇ ਵਿੱਚ ਇਹ ਵੀ ਲਾਈਨ ਹੈ 2x - y = 5। ਮੈਂ ਜੋ ਮਰਜ਼ੀ ਲਾਈਨ ਲਿਖ ਲਓ XY ਦੀ ਫਾਰਮ 'ਚ, ਉਹ ਸਾਰੀ ਦੀ ਸਾਰੀ ਕਿਹੜੇ ਸੈੱਟ 'ਚ ਆ ਜਾਏਗੀ? L ਸੈੱਟ ਦੇ ਵਿੱਚ ਆ ਜਾਏਗੀ। that is L is a set of all lines in XY plane। ਹਾਂਜੀ, L is a set of all lines in XY plane। R ਕੀ ਹੈ? R ਰਿਲੇਸ਼ਨ ਹੈ in L। ਰਿਲੇਸ਼ਨ ਕਿਵੇਂ ਡਿਫਾਈਨ ਕਰਿਆ ਗਿਆ ਹੈ ਆਪਾਂ ਨੋਟ ਕਰਦੇ ਹਾਂ। R is a ਰਿਲੇਸ਼ਨ ਦੋ ਲਾਈਨਸ ਦੇ ਵਿਚਕਾਰ ਹੈ, ਰਿਲੇਸ਼ਨ ਬਿਟਵੀਨ ਟੂ L1 ਐਂਡ L2, ਟੂ ਲਾਈਨਸ। ਕਿਸ ਤਰ੍ਹਾਂ ਦਾ ਰਿਲੇਸ਼ਨ? ਵੀ L1 is parallel to L2। ਇੱਥੇ ਥੋੜੀ ਜਿਹੀ ਨਾ ਦਿੱਕਤ ਆਉਂਦੀ ਬੱਚਿਆਂ ਨੂੰ ਸਮਝਣ ਲੱਗਿਆ। ਮੈਨੂੰ ਰਿਲੇਸ਼ਨ ਕਿੰਨਾ ਚ ਹੈ? ਰਿਲੇਸ਼ਨ ਦੋ ਲਾਈਨਾਂ 'ਚ, ਇਹਨਾਂ ਦੋਵਾਂ 'ਚ ਰਿਲੇਸ਼ਨ ਹੈ। ਇਹ ਜਿਹੜਾ ਸਾਡਾ ਰਿਲੇਸ਼ਨ ਹੈ ਇਹਨਾਂ ਦੋਵਾਂ 'ਚ, ਕਿਉਂਕਿ ਇਹ ਦੋਨੋਂ ਪੈਰਲਲ ਨੇ। ਰਿਲੇਸ਼ਨ ਇਹਨਾਂ ਦੋਵਾਂ 'ਚ ਨਹੀਂ ਕਿਉਂਕਿ ਪੈਰਲਲ ਨਹੀਂ, ਇਹਨਾਂ ਦੋਵਾਂ 'ਚ ਨਹੀਂ ਕਿਉਂਕਿ ਮੈਨੂੰ ਰਿਲੇਸ਼ਨ ਇਹਨਾਂ ਦੋਵਾਂ 'ਚ ਹੈ। ਦੋ ਪੈਰਲਲ ਲਾਈਨਾਂ 'ਚ ਰਿਲੇਸ਼ਨ ਹੈ। L1 ਰਿਲੇਸ਼ਨ ਕਿੰਨਾ ਦੋਵਾਂ 'ਚ ਲੈਣਾ ਹੈ? L1 ਤੇ L2। ਕੰਡੀਸ਼ਨ ਕੀ ਹੈ? ਵੀ L1 ਤੇ L2 ਦੋਨੋਂ ਕੀ ਹੋਣੀਆਂ ਚਾਹੀਦੀਆਂ ਨੇ? ਪੈਰਲਲ। ਸਭ ਤੋਂ ਪਹਿਲਾ ਟੌਪਿਕ ਕਰਦੇ ਆ ਰਿਫਲੈਕਸਿਵ। ਦੇਖਦੇ ਆ ਜੀ ਰਿਫਲੈਕਸਿਵ ਕਿਵੇਂ ਕਰਨਾ ਹੈ। ਰਿਫਲੈਕਸਿਵ ਰਿਲੇਸ਼ਨ ਉਹ ਹੁੰਦੇ ਨੇ ਜੋ ਸੇਮ ਟੂ ਸੇਮ ਹੋ। ਕਿ ਅਗਰ ਮੈਂ ਰਿਲੇਸ਼ਨ ਗੱਲ ਸੁਣਾ, ਅਗਰ ਮੈਂ ਰਿਲੇਸ਼ਨ ਦਾ ਨਾਮ ਬੋਲਾਂ ਫਾਦਰ, ਕਿ ਮੈਂ ਆਪਣਾ ਫਾਦਰ ਹੋ ਸਕਦਾ? ਬਿਲਕੁਲ ਨਹੀਂ। ਰਿਲੇਸ਼ਨ ਦਾ ਨਾਮ ਹੈ ਫਾਦਰ। ਸੇਮ ਇੱਕ ਦੂਜੇ ਦੇ ਫਾਦਰ ਨਹੀਂ ਹੋ ਸਕਦੇ। A ਦਾ ਫਾਦਰ ਨਹੀਂ ਹੋ ਸਕਦਾ। ਰਿਲੇਸ਼ਨ ਦਾ ਨਾਮ ਹੈ ਫਾਦਰ, A ਦਾ ਫਾਦਰ ਨਹੀਂ ਹੋ ਸਕਦਾ। अगर मैं रिलेशन का नाम बोलता ब्लड रिलेशन, ए दा ब्लड रिलेशन है, मेरा मेरे नाल ब्लड रिलेशन है। अगर रिलेशन का नाम है पैरेलल, कि ए वाली लाइन इसे ही लाइन के पैरेलल है, कि सेम लाइन के पैरेलल है। यस, कि ए वाली लाइन आपदे ही पैरेलल है। हाँ जी, तो रिलेशन की है दो लाइनां दा, जे दो लाइनां आपस से पैरेलल। रिफ्लैक्सिव च असीं किन्ना च रिलेशन फाइंड आउट करने होंदे ने। रिफ्लैक्सिव च असीं A दे A नाल, B दे B नाल, C दे C नाल रिलेशन फाइंड आउट कर लेंदे। रिफ्लैक्सिव की तुहानू पता है L, अगर मैं L1 एनी लाइन ले ला, लाइन किहड़े सैट तो लैणियां ने? इनदे चों लाइनां पिक करनियां ने। एनी लाइन ऑफ L, इनदे विच सारियां दे सारियां लाइनां पईयां ने। अगर L1 एनी लाइन ले ला, कि क्लीयरली A वाली जो लाइन है, ये लाइन अपने ही पैरेलल होएगी या नहीं होएगी? कंफर्म करो। अगर एक लाइन के रिलेशन की गल करा कि वो लाइन उसे लाइन के ही पैरेलल होंदी है या नहीं होंदी? डेफिनेटली होंदी है। अगर मैं गल करा ए वाली लाइन, कि ये वाली लाइन इसे लाइन के पैरेलल है? यस ऑफ कोर्स है। मीन एक तो ये जी लाइन है कैपिटल L चो पिक करें, नंबर ये दोनों लाइनां आपस से की ने पैरेलल, मीन L1 दे पैरेलल है। मीन सेट चो पिक करना है ते जेड़े दो जने आपस से पैरेलल होण तां ओ ऑर्डर पेयर R च आ जांदे ने। इत्थों मैं ये कह सकदा, L1 ते L1 आपस से किंदे च आ गए? रिलेशन च आ गए। अगर कोई हुण पुछे रिलेशन च आने वास्ते की जरूरी है? रिलेशन च आने वास्ते पहला तो लाइन होनी जरूरी है, फिर जेडे दो एलिमेंट्स ने ऑर्डर्ड पेयर बना के रिलेशन च आना है, वो दोनों की होने चाहिए ने पैरेलल। पर तुहानू पता है
L1 L1 ਦੇ ਪੈਰਲਲ ਹੁੰਦਾ ਹੈ। ਅਗਰ ਮੈਂ L1 ਦੀ ਬਜਾਏ ਮੈਂ L2 ਬੋਲਾਂ, L2 ਪਿਕ ਕਰਨਾ कि L2 पैरेलल टू L2 है, यस L2 आ वाली लाइन L2 है ते L2 दे तां पैरेलल है हुंदी है। L2 दे पैरेलल मीन ये पेयर बन के रिलेशन च आ जाणगे। अगर सेम जने रिलेशन च आ जाण तां वो रिलेशन नूं असीं बोलदे हां रिफ्लेक्सिव रिलेशन। क्लियर है? रिफ्लेक्सिव रिलेशन अपना ये वाला सी पार्ट रिफ्लेक्सिव रिलेशन दा। नेक्स्ट पार्ट ते चलदे हां आपां जिहदे च डील करदे हां रिफ्लेक्सिव तो बाद आपां डील करदे हां सिमेट्रिक। सिमेट्रिक ਹੁਣ ਸਿਮੈਟ੍ਰਿਕ ਚ ਕੀ ਹੁੰਦਾ ਹੈ? ਇੱਕ ਰਿਲੇਸ਼ਨ ਮੰਨਦੇ ਆ ਉਹ ਦੂਜਾ ਪ੍ਰੂਫ ਕਰਦੇ ਆ। ਬੜੇ ਧਿਆਨ ਨਾਲ ਕਰਿਆ ਜੀ। ਕੰਸੀਡਰ L1 ਐਂਡ L2 ਇਨ ਰਿਲੇਸ਼ਨ। ਆਪਾਂ ਇਹ ਮੰਨ ਕੇ ਚੱਲਣਾ ਹੈ L1 ਤੇ L2 ਰਿਲੇਸ਼ਨ ਚ ਹੈਗੇ ਨੇ, L1 ਤੇ L2 ਰਿਲੇਸ਼ਨ ਚ ਮੰਨਣੇ ਨੇ, ਉਲਟਾ L2 ਤੇ L1 ਨੂੰ ਰਿਲੇਸ਼ਨ ਚ ਬਣਾਉਣਾ ਹੈ। ਮੀਨ ਇਹਨਾਂ ਦੋਨਾਂ ਨੂੰ ਰਿਲੇਸ਼ਨ ਚ ਮੰਨਣਾ ਹੈ ਤੇ ਉਲਟੇ ਨੂੰ ਰਿਲੇਸ਼ਨ ਚ ਬਣਾਉਣਾ। ਤੁਸੀਂ ਕਹੋ ਸਰ ਇਹ ਦੋਨੋਂ ਰਿਲੇਸ਼ਨ ਚ ਹੈ। अगर ये दोनों रिलेशन च है इसका मतलब ये दोनों दिया दोनों की होणगियां लाइंस होणगी। दोनों दी दोनों लाइंस ने कित्थों पिक करियां ने? L तो, क्योंकि L विच सारियां दी सारियां लाइनां पईयां होईयां ने। कैपिटल L की सेट ऑफ फॉर्म है। ये दोनों दी दोनों लाइंस ने ते नाल पता की है ये दोनों आपस से की ने पैरेलल। कल मैं एवें एक कहानी सुनादा, मैं कहदा L2 ਤੇ L7 ਰਿਲੇਸ਼ਨ ਚ ਨੇ ਤਾਂ ਇਹ ਕਹਾਣੀ ਦਾ ਮਤਲਬ ਸਮਝਾਓ। ਤੁਸੀਂ ਕਹੋ ਸਰ ਜੇ ਦੋਵੇਂ ਰਿਲੇਸ਼ਨ ਚ ਹੈਗੇ ਨੇ, ਅਗਰ ਇਹ ਦੋਵੇਂ ਰਿਲੇਸ਼ਨ ਚ ਨੇ ਤਾਂ ਫਿਰ ਇਹ ਰੂਲ ਫੋਲੋ ਕਰਦੇ ਨੇ ਦੋਨੋਂ ਹੀ ਲਾਈਨਸ ਨੇ L ਦੀਆਂ ਤੇ ਦੋਨੋਂ ਹੀ ਆਪਸ से ਕੀ ਨੇ ਪੈਰਲਲ ਨੇ। ਅਗਰ ਰਿਲੇਸ਼ਨ ਚ ਹੈ ਤਾਂ ਕੰਡੀਸ਼ਨ ਹੈ। ਆ ਦੇਖੋ ਰਿਲੇਸ਼ਨ ਚ एलिमेंट है तो रिलेशन ਦੀ ਕੰਡੀਸ਼ਨ ਹੈ। ਅਗਰ ਰਿਲੇਸ਼ਨ ਦੀ ਕੰਡੀਸ਼ਨ है ਤਾਂ ਉਹ एलिमेंट भी रिलेशन ਚ ਹੈਗਾ। ਇਹਨਾਂ ਦਾ ਆਪਸ ਵਿੱਚ ਇਫ ਐਂਡ ਓਨਲੀ ਫੋਲੇ ਕਰੇਗਾ। ਹਾਂਜੀ ਉਹ ਕਰੇ L1 L2 ਲਾਈਨਸ ਨੇ ਤੇ ਪੈਰਲਲ ਨੇ। ਹੁਣ ਮੈਂ ਇਹਨੂੰ ਐਵੇਂ ਵੀ ਕਹਿ ਸਕਦਾ ਅਗਰ L1 L2 ਲਾਈਨ ਹੈ ਤਾਂ ਮੈਂ ਜਾਣ ਕੇ ਬੋਲਦਾ L2 ਤੇ L1 ਵੀ ਲਾਈਨ ਨੇ। ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਮੈਂ ਉਲਟ ਬਣਾ ਰਿਹਾ ਆਫ L ਤੇ ਨਾਲ ਅਗਰ L1 L2 ਦੇ ਪੈਰਲਲ ਹੈ ਤਾਂ L2 L1 ਦੇ ਵੀ ਪੈਰਲਲ ਹੈ। ਤਾਂ ਹੁਣ ਦੇਖੋ दोनों लाइना ने ते आपस से पैरेलल है। अगर दो लाइना सेट चो उठाइयां हों ते दोनों ही पैरेलल हों, जेड़ियां दो लाइना सेट चो उठाओ L चो ते दोनों आपस से पैरेलल हों, वो पेयर बन के किंदे च आ जाते ने रिलेशन च आ जाते ने। ठीक है जी। शुरुआत कित्थों करी सी? एंड किंदे ते करया? L1 L2 रिलेशन च है, L2 L1 रिलेशन च आ गए। इट मीन ये की बन गया सिमेट्रिक हो गया। ये रिलेशन की बन गया अपने को सिमेट्रिक। पार्ट 3 पे चल रहे हैं हो जाएगा। पार्ट 3 पे चलते हैं दैट इज ट्रांजिटिव। ट्रांजिटिव देखते हैं जी। ट्रांजिटिव रिलेशन को समझना साडे वास्ते थोड़ा जिहा टाइम लगेगा। ट्रांजिटिव वास्ते ਅਸੀਂ दो कंसीडर करांगे, तीसरा मनना फाइंड आउट करांगे। ਤੁਸੀਂ ਕੀ ਕੰਸੀਡਰ ਕਰਦੇ ਹੋ ਬੋਲਿਓ? ਤੁਸੀਂ ਕੰਸੀਡਰ ਕਰ ਲਿਓ L1 L2 in relation, L2 L3 in relation। ਆ ਵੀ ਰਿਲੇਸ਼ਨ ਚ ਆ ਵੀ ਰਿਲੇਸ਼ਨ ਚ ਤੇ ਐਂਡ ਤੇ ਕੀ ਪ੍ਰੂਫ ਕਰਨਾ? L1 L2 ਦਾ ਰਿਲੇਸ਼ਨ ਹੈ, L2 L3 ਦਾ ਐਂਡ ਤੇ ਬਣਾਉਣਾ ਕੀ ਹੈ L1 L3। ਤੁਸੀਂ ਕੋ ਜੇ ਦੋਨੋਂ ਰਿਲੇਸ਼ਨ ਚ ਹੈਗੇ ਨੇ ਇਟ ਮੀਨ ਇਹ ਦੋਨੋਂ ਦੇ ਦੋਨੋਂ ਕੀ ਨੇ ਲਾਈਨਸ ਨੇ L ਦੀਆਂ ਤੇ ਨਾਲ ਹੋਰ ਕੀ ਹੈ L1 ਤੇ L2 ਦੋਨੋਂ ਕੀ ਨੇ ਪੈਰਲਲ। ਪਹਿਲੀ तो ਗੱਲ ਇਹ ਹੋ ਗਈ। दूसरे के अकॉर्डिंग मैं थोड़ी नीचे लिख देना L2 L3 रिलेशन च ने। अगर ये रिलेशन च ने इनका मतलब है दोनों दे दोनों की ने लाइंस ने दोनों ते दोनों दे दोनों लाइंस की ने L2 ते L3 दोनों दे दोनों लाइंस ने ते हैगियां ने की ने पैरेलल। बहुत बढ़िया हो गया। हुन इतो L1 L2 लाइंस ने पैरेलल ने ये भी ਤਾਂ मैं ਇੱਥੇ लिख देना L1 भी L2 भी L3 भी सारियां के सारियां की ने लाइंस ने किंदियां L ਦੀਆਂ L1 L2 ਦੇ पैरेलल L1 L2 ਦੇ ਪੈਰਲਲ ਹੈ। ਹੁਣੇ ਪਤਾ ਲੱਗਿਆ L2 L3 ਦੇ ਪੈਰਲਲ ਹੈ। ਸੁਣਨ ਵਾਲੀ ਗੱਲ ਹੈ ਬੜੀ ਮਜ਼ੇਦਾਰ। ਦੇਖੋ L1 L2 L3 ਆ ਦੋਨੋਂ ਪੈਰਲਲ ਨੇ। L1 L2 ਦੇ ਪੈਰਲਲ ਹੈ, L1 L2 ਦੇ ਪੈਰਲਲ ਹੈ। ਆ ਹੁਣ ਦੇਖੋ L2 L3 ਪਹਿਲੀ ਦੂਜੀ ਤੀਜੀ L1 L2 L3 L1 L2 ਦੇ ਪੈਰਲਲ L2 L3 ਦੇ ਪੈਰਲਲ ਵਿਚਕਾਰਲਾ ਛੋੜ ਦੋ ਕਿ
L1 L3 ਵੀ ਪੈਰਲਲ ਹੋਣਗੇ? ਯੈਸ ਆਫ ਕੋਰਸ ਹੋਣਗੇ। ਹੁਣ L1 L2 L3 ਤਿੰਨੇ ਲਾਈਨਸ ਨੇ ਤੇ L1 L2 ਦੇ ਪੈਰਲਲ L2 L3 ਦੇ ਪੈਰਲਲ, ਇਹਨੂੰ ਕਿਵੇਂ ਬੋਲਦੇ ਵਿਚਕਾਰਲਾ ਛੋੜ ਦੋ। L1 ਤੇ L3 ਦੋਨੋਂ ਲਾਈਨਸ ਨੇ ਵੀਰੇ, ਜੇ ਤਿੰਨੋਂ ਲਾਈਨਸ ਨੇ ਤਾਂ ਦੋਨੋਂ ਵੀ ਤਾਂ ਲਾਈਨਸ ਨੇ, ਆ ਤਿੰਨੋਂ ਅਗਰ ਲਾਈਨ ਇੱਥੇ ਵੀ ਤਾਂ ਦੋ ਤੇ ਇਹ ਇਹਦੇ ਪੈਰਲਲ ਸਿੱਧੀ ਗੱਲ ਕਰੋ, ਤੁਸੀਂ ਕਹਿ ਸਕਦੇ ਸਰ L1 ਤੇ L3 ਵੀ ਕੀ ਨੇ? ਪੈਰਲਲ। ਦੇਖੋ ਕੰਡੀਸ਼ਨ ਬਣ ਗਿਆ, ਇਹ ਦੋਨੋਂ ਪੈਰਲਲ ਨੇ। ਜਿਹੜੀਆਂ ਦੋਨੋਂ ਲਾਈਨਾਂ ਪੈਰਲਲ ਹੋਣ ਤੇ ਦੋਨੋਂ ਲਾਈਨਾਂ ਉਸ ਸੈੱਟ ਚੋਂ ਆਈਆਂ ਹੋਣ, ਪੈਰਲਲ ਲਾਈਨਾਂ ਸੈੱਟ ਚੋਂ ਆਣ ਤਾਂ ਫਿਰ ਇਹ ਕੀ ਬਣਾ ਲੈਂਦੀਆਂ ਨੇ? ਇਹ ਕੀ ਬਣਾ ਲੈਂਦੀਆਂ ਨੇ? ਇਹ ਰਿਲੇਸ਼ਨ 'ਚ ਆ ਜਾਂਦੇ ਨੇ। ਰਿਲੇਸ਼ਨ 'ਚ ਆਉਣ ਵਾਸਤੇ ਪਤਾ ਕੀ ਜ਼ਰੂਰੀ ਹੈ? ਨੰਬਰ 1 ਸੈੱਟ 'ਚੋਂ ਆਉਣਾ ਚਾਹੀਦਾ, ਨੰਬਰ 2 ਪੈਰਲਲ। ਕੱਲੋਂ ਮੈਂ ਇਹ ਕਹਦਾ L10 ਤੇ N11, L10 ਤੇ L11 ਪੈਰਲਲ ਨੇ ਤੇ ਸੈੱਟ 'ਚੋਂ ਆਈਆਂ ਨੇ, ਤੁਸੀਂ ਕਹੋਗੇ ਸਰ ਉਹ ਰਿਲੇਸ਼ਨ 'ਚ ਨੇ। ਹਾਂਜੀ, ਇਹ ਰਿਲੇਸ਼ਨ 'ਚ ਆ ਗਿਆ। ਕੀ ਸ਼ੁਰੂਆਤ ਕਰੀ? ਸ਼ੁਰੂਆਤ ਇੱਥੋਂ ਕਰੀ ਸੀ ਆਪਾਂ, L1 L2 in relation, L2 L3 in relation, and after solving L1 L3 in relation, common कैंसिल करके, तो इट मीन ये रिलेशन की बन गया ट्रांसिटिव। रिलेशन की बन गया ट्रांसिटिव, रिफ्लेक्सिव भी है, सिमेट्रिक भी है, ट्रांसिटिव भी हो गया। जो रिलेशंस रिफ्लेक्सिव, सिमेट्रिक, ट्रांसिटिव तीनों आ जाए तो हम उसकी बोल देते हैं फॉर इट इज इक्विवेलेंस रिलेशन। इट इज इक्विवेलेंस रिलेशन, रिफ्लेक्सिव भी है, सिमेट्रिक भी है, ट्रांसिटिव भी है, इट मीन इट इज इक्विवेलेंस रिलेशन, नो डाउट। हाँ जी, इन नैक्सट पार्ट नैक्सट क्वेश्चन ਦੇ ਵਿੱਚ ਡੀਲ ਕਰਦੇ ਆ। ਕਾਫੀ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਪੰਜਾਬ ਬੋਰਡ ਦੇ ਪੇਪਰ ਦੇ ਵਿੱਚ ਤੇ ਸੀਬੀਐਸਈ ਬੋਰਡ ਦੇ ਪੇਪਰ 'ਚ ਆਇਆ, ਐਨਸੀਈਆਰਟੀ ਦਾ ਕੁਐਸਚਨ ਹੈ। ਸ਼ੁਰੂ ਕਰਦੇ ਆ। हाँ जी, let A be set of all polygons। polygons ਦਾ ਮਤਲਬ ਹੁੰਦਾ ਹੈ ਕੁਆਡਰੀਲੇਟਰ ਵੀ ਹੋ ਸਕਦੇ ਨੇ, ਟ੍ਰਾਇੰਗਲਸ ਵੀ ਹੋ ਸਕਦੇ ਨੇ, ਪੈਂਟਾਗਨ ਵੀ ਹੋ ਸਕਦੇ ਨੇ, ਹੈਕਸਾਗਨ। ਪੋਲੀਗਨ ਦਾ ਮਤਲਬ ਹੁੰਦਾ ਹੈ ਇਹ ਕੀ ਹੈ? ਸੈਟ ਆਫ ਆਲ ਪੋਲੀਗਨ। ਆਲ ਪੋਲੀਗਨਸ ਦਾ ਮਤਲਬ ਇਹ ਸੈੱਟ ਦੇ ਵਿੱਚ ਸਾਰੇ ਟਾਈਪ ਦੇ ਪੋਲੀਗਨਸ ਹੈਗੇ ਨੇ। ਇਸ ਸੈੱਟ 'ਚ ਟ੍ਰਾਇੰਗਲਸ ਵੀ ਹੈਗੇ ਨੇ ਹਰ ਇੱਕ ਟਾਈਪ ਦੀਆਂ, ਕੁਆਡਰੀਲੇਟਰ ਵੀ ਹੈਗੇ ਨੇ ਹਰ ਇੱਕ ਟਾਈਪ ਦੇ, ਸਕੁਅਰ, ਰੰਬਸ ਸਭ ਕੁਝ ਹੈ, ਪੈਂਟਾਗਨ ਵੀ ਹੈ, ਹੈਕਸਾਗਨ 6 ਸਾਈਡਾਂ ਵਾਲਾ, ਹੈਕਸਾਗਨ ਵੀ ਹੈ 7 ਸਾਈਡਾਂ ਵਾਲਾ, ਸਾਰੇ ਦੇ ਸਾਰੇ ਪੋਲੀਗਨਸ ਇਹਦੇ 'ਚ ਨੇ। ਆਰ ਰਿਲੇਸ਼ਨ ਕੀ ਡਿਫਾਈਨ ਕਰਿਆ ਗਿਆ? ਆਰ ਰਿਲੇਸ਼ਨ ਉਹ ਦੋ ਪੋਲੀਗਨਸ ਦੇ ਵਿੱਚ ਹੈ, ਮੀਨ ਸ਼ਾਇਦ ਦੋ ਟ੍ਰਾਇੰਗਲ ਦੇ ਵਿਚਕਾਰ ਹੈ, ਸ਼ਾਇਦ ਦੋ ਕੁਆਡਰੀਲੇਟਰ ਦੇ ਵਿਚਕਾਰ ਹੈ। ਆਰ ਰਿਲੇਸ਼ਨ ਦੋ ਪੋਲੀਗਨਸ ਮੀਨ ਟ੍ਰਾਇੰਗਲਸ, ਕੁਆਡਰੀਲੇਟਰ, ਪੈਂਟਾਗਨ। ਤੇ ਕੀ ਰਿਲੇਸ਼ਨ ਦਾ ਰੂਲ ਹੈ ਕਿ ਦੋਨਾਂ ਦੀਆਂ ਸਾਈਡਾਂ ਸੇਮ ਹੋਣੀਆਂ ਚਾਹੀਦੀਆਂ ਨੇ। P1 ਐਂਡ P2 ਹੈਵ ਸੇਮ ਸਾਈਡਸ, P1 ਤੇ P2 ਦੀਆਂ ਸੇਮ ਸਾਈਡਸ ਹੋਣੀਆਂ ਚਾਹੀਦੀਆਂ। ਆਹ ਰਿਲੇਸ਼ਨ ਦੋ ਪੋਲੀਗਨਸ ਦੇ ਵਿੱਚ ਡਿਫਾਈਨ ਕਰਿਆ ਗਿਆ ਤੇ ਕੰਡੀਸ਼ਨ ਕੀ ਲਗਾਈ ਗਈ ਹੈ? ਇਹਨਾਂ ਦੀਆਂ ਸਾਈਡਸ ਸੇਮ ਹੋਣੀਆਂ ਚਾਹੀਦੀਆਂ ਨੇ। ਮੂਵ ਕਰਦੇ ਆ ਰਿਲੇਸ਼ਨ ਬਿਟਵੀਨ। ਆਪਾਂ ਨੂੰ ਕਿਹਾ ਸ਼ੋ R ਇਜ਼ ਇਕੁਅਲੈਂਸ। ਇਕੁਅਲੈਂਸ ਪ੍ਰੂਫ ਕਰਨ ਦਾ ਮਤਲਬ ਆਪਾਂ ਨੂੰ ਤਿੰਨੇ ਪਾਰਟ ਪ੍ਰੂਫ ਕਰਨੇ ਪੈਣੇ ਨੇ। ਕਿਹੜੇ ਤਿੰਨੇ ਪਾਰਟ? ਰਿਫਲੈਕਸਿਵ ਵੀ, ਸਿਮੈਟ੍ਰਿਕ ਵੀ ਤੇ ਟ੍ਰਾਂਸਿਟਿਵ ਵੀ ਪ੍ਰੂਫ ਕਰਨਾ ਪੈਣਾ। ਸ਼ੁਰੂਆਤ ਕਰਦੇ ਆ ਨੰਬਰ 1 ਤੇ ਆਪਾਂ ਡੀਲ ਕਰਦੇ ਆ ਰਿਫਲੈਕਸਿਵ। बड़ा आसान है रिफ्लेक्सिव, ਤੁਹਾਨੂੰ ਬੜਾ ਮਜ਼ਾ ਆਏਗਾ। ਰਿਫਲੈਕਸਿਵ ਕਿਵੇਂ ਪ੍ਰੂਫ ਕਰਦੇ ਆ? ਜਦੋਂ ਵੀ ਕਹਿਣ ਰਿਫਲੈਕਸਿਵ ਤਾਂ ਰਿਫਲੈਕਸਿਵ ਵਾਸਤੇ ਕੀ ਕਰਨਾ ਪਏਗਾ? ਹਾਂ ਜੀ, ਰਿਫਲੈਕਸਿਵ ਵਾਸਤੇ ਅਸੀਂ ਰਿਲੇਸ਼ਨ ਸੇਮ ਦਾ ਸੇਮ ਨਾਲ ਲੱਭਣਾ, A ਦਾ A ਨਾਲ, B ਦਾ B ਨਾਲ, C ਦਾ C ਨਾਲ। ਹੁਣ ਤੁਸੀਂ ਕਹੋ ਐਵੇਂ, ਮੰਨ ਲਓ ਤੁਸੀਂ ਇਹ ਕਹਿੰਦੇ ਹੋ ਲੈਟ P1 ਐਨੀ ਪੋਲੀਗਨ, P1 ਕੋਈ ਪੋਲੀਗਨ ਹੈ, P1 ਕੋਈ ਪੋਲੀਗਨ ਹੈ, ਕਿੱਥੋਂ ਪਿਕ ਕਰੀ? ਪੋਲੀਗਨ ਸਾਰੀਆਂ ਕਿੱਥੋਂ ਪਿਕ ਕਰਨੀਆਂ ਨੇ? A ਤੋਂ ਪਿਕ ਕਰਨੀਆਂ ਨੇ। P1 ਐਨੀ ਪੋਲੀਗਨ ਕਿੱਥੋਂ ਪਿਕ ਕਰੀ? A ਤੋਂ। सच्ची दसो P1 and P1 have same sides होणगियां या नहीं होणगियां? अगर मैं कहा एक ट्रायंगल है तो दोनों हैगे तो सेम है कि P1 ते P1 दियां सेम साइड होणगियां या नहीं होणगियां? तुसी आ गया बिल्कुल होणगियां कि ट्रायंगल ते ट्रायंगल दियां सेम साइड होणगियां। यस, क्वाड्रिलेटर एंड क्वाड्रिलेटर दियां सेम साइड होणगियां। है जी, पेंटागन एंड पेंटागन दियां सेम साइड होणगियां। एक्चुअल जे दोनों की है सेम। अगर मैं कहा दोनों सेम ने तो उन्होंने दोनों का नाम ही सेम है तो कि उन्होंने साइड सेम ना होणगियां? डेफिनेटली होणगियां। हाँ जी, पहला तो पॉलीगन पिक करी एनी P1 एंड P1 सेम साइड। एक तो पॉलीगन होवे, दूजियां उन्हां दी साइडां सेम होण। अगर पॉलीगन होवे, साइडां सेम होण, अगर दोनों रूल फॉलो करते ने तो वो पेयर बन के रिलेशन च आ जाते हैं। हुण तुहानूं क्लीयर होण लग पिया गल्लां? आई नो। प्लीज़ लाइक जरूर कर दो अगर किसी ने नहीं कराया। हाँ, तो जो किसी ने नहीं कराया सबसक्राइब जरूर कर दिया करो। थैंक यू। अच्छा लगे तो कमेंट भी कर दिया जी। हुण एक मिनट, P1 ते P1 दोनों पॉलीगन ने ते दोनों दी की ने सेम साइड।
ਪੋਲੀਗਨਸ ਵੀ ਹੈ ਤੇ ਸੇਮ ਸਾਈਡ ਵੀ ਨੇ। ਅਗਰ ਪੋਲੀਗਨਸ ਵੀ ਹੋਵੇ ਤੇ ਸੇਮ ਸਾਈਡ ਵੀ ਹੋਣ, ਇਟ ਮੀਨ ਇਹ ਦੋਨੋਂ ਸੌਰੀ P1 ਤੇ P1 ਕਿੰਦੇ 'ਚ ਆ ਜਾਣਗੇ, ਰਿਲੇਸ਼ਨ 'ਚ ਆ ਜਾਣਗੇ। ਮੀਨ ਅਗਰ ਸੇਮ ਰਿਲੇਸ਼ਨ 'ਚ ਆਣ ਉਹਨੂੰ ਬੋਲਦੇ ਰਿਫਲੈਕਸਿਵ। ਅਗਰ P1 P1 ਦੀ ਮੈਂ ਜਰਨਲ ਜੀ ਐਗਜ਼ਾਮਪਲ ਲਈਏ, ਤੁਸੀਂ P2 P2 ਕਹਿ ਸਕਦੇ ਹੋ। P2 P2 ਚੱਕ ਲਿਆ ਕਿ P2 ਐਂਡ P2 ਸੇਮ ਸਾਈਡ ਨਾ ਹੋਣ ਕਿਆ ਤਾਂ ਫਿਰ P2 P2 ਰਿਲੇਸ਼ਨ 'ਚ ਆ ਜਾਣਗੇ। ਐਵੇਂ P3 P3 ਰਿਲੇਸ਼ਨ 'ਚ। ਅਗਰ ਐਨੀ ਪਾਉਣ ਦਾ ਮਤਲਬ ਹੈ P1 P1 ਵੀ ਲੈ ਸਕਦੇ ਹੋ, ਤੁਸੀਂ P2 ਦੀ ਐਗਜ਼ਾਮਪਲ ਲੈ ਸਕਦੇ ਹੋ, ਤੁਸੀਂ P3 ਤੁਸੀਂ PI PJ ਜੋ ਮਰਜ਼ੀ ਲੈ ਲਓ। ਅਗਰ ਸੇਮ ਰਿਲੇਸ਼ਨ 'ਚ ਆ ਜਾਣ ਤਾਂ ਉਹ ਰਿਲੇਸ਼ਨ ਨੂੰ ਕੀ ਬੋਲਦੇ ਆ, ਉਹ ਰਿਲੇਸ਼ਨ ਨੂੰ ਅਸੀਂ ਰਿਫਲੈਕਸਿਵ ਬੋਲਦੇ ਹਾਂ। पहला पार्ट हो गया, ਅਸੀਂ ਰਿਲੇਸ਼ਨ ਦਾ ਪਹਿਲਾ ਪਾर्ट ਰਿਫਲੈਕਸਿਵ ਕਰ ਚੁੱਕੇ ਹਾਂ। ਨੈਕਸਟ मूव करते हैं रिफ्लेक्सिव तो बाद नंबर 2 डील करते हैं ਅਸੀਂ सिमेट्रिक। सिमेट्रिक वास्ते की करांगे ਅਸੀਂ सिमेट्रिक वास्ते एक रिलेशन ਮੰਨਣਾ ਹੁੰਦਾ, ਦੂਜਾ ਅਸੀਂ ਫਾਈਂਡ ਆਊਟ ਕਰਨਾ ਹੁੰਦਾ। ਤੁਸੀਂ ਕੀ ਮੰਨ ਲਓ, ਲੈ ਤੁਸੀਂ ਮੰਨ ਲਿਆ P1 ਦਾ P2 ਦੇ ਨਾਲ ਰਿਲੇਸ਼ਨ ਹੈ। ਤੁਸੀਂ ਮੰਨ ਲਿਆ P1 ਦਾ P2 ਦੇ ਨਾਲ ਰਿਲੇਸ਼ਨ ਹੈ। अगर P1 ਦਾ P2 ਦੇ ਨਾਲ ਰਿਲੇਸ਼ਨ ਹੈ ਤੇ ਤੁਸੀਂ P2 ਦਾ P1 ਨਾਲ ਰਿਲੇਸ਼ਨ ਬਣਾਉਣਾ ਹੈ। P1 ਦਾ P2 ਨਾਲ ਰਿਲੇਸ਼ਨ ਹੈ, ਇਹਦਾ ਮਤਲਬ ਜੇ ਇਹਨਾਂ ਦੋਨਾਂ ਦਾ ਰਿਲੇਸ਼ਨ ਹੈ, ਇਟ ਮੀਨ ਦੋਨੋਂ ਦੇ ਦੋਨੋਂ ਕੀ ਹੋਣਗੇ, ਪੋਲੀਗਨਸ ਹੋਣਗੇ। ਤੁਹਾਨੂੰ ਇੱਕ ਵਾਰ ਦਾ ਕੁਐਸਚਨ ਕਰਾ ਰਿਹਾ, ਦੋਨੋਂ ਦੇ ਦੋਨੋਂ ਪੋਲੀਗਨਸ ਹੋਣਗੇ ਤੇ ਦੋਨਾਂ ਦੀਆਂ ਹੈਵ, ਨੀਚੇ ਲਿਖ ਰਿਹਾ ਹੈਵ ਸੇਮ ਸਾਈਜ਼। दोनों ਦੇ ਦੋਨੋਂ ਪੋਲੀਗਨਸ ਨੇ ਤੇ ਦੋਨਾਂ ਦੀਆਂ ਸੇਮ ਸਾਈਡ ਨੇ। ਤੁਸੀਂ ਦੇਖੋ ਜੇ ਕੋਈ ਦੋ ਰਿਲੇਸ਼ਨ 'ਚ ਹੋਣ, ਇੱਕ ਮਿੰਟ, ਜੇ ਕੰਡੀਸ਼ਨ ਮੰਨਦੇ ਆ ਤਾਂ ਰਿਲੇਸ਼ਨ 'ਚ ਆ ਜਾਂਦੇ ਨੇ। ਇੱਥੇ ਦੋਵਾਂ ਨੂੰ ਕਿੰਨੇ 'ਚ ਮੰਨਿਆ, ਰਿਲੇਸ਼ਨ। ਜੇ ਰਿਲੇਸ਼ਨ 'ਚ ਨੇ ਇਟ ਮੀਨ ਦੋਨੋਂ ਦੇ ਦੋਨੋਂ ਪੋਲੀਗਨਸ ਨੇ, ਦੋਨਾਂ ਦੀਆਂ ਸਾਈਡਸ ਵੀ ਸੇਮ ਨੇ, ਪੋਲੀਗਨਸ ਐਂਡ ਸਾਈਡ ਸੇਮ। ਹੁਣ ਤੁਸੀਂ ਕਹੋ ਜੇ P1 ਤੇ P2 ਦੀਆਂ ਸੇਮ ਸਾਈਡ ਨੇ, ਇਟ ਮੀਨ P2 ਐਂਡ P1 ਹੈਵ ਸੇਮ ਸਾਈਡਸ। P2 ਤੇ P1 ਦੀਆਂ ਨਹੀਂ ਤਾਂ ਸੇਮ ਸਾਈਡਸ ਹੋਣਗੇ। ਜੇ ਇਹਨਾਂ ਦੋਨਾਂ ਦੀਆਂ ਸੇਮ ਸਾਈਡ ਨੇ ਤਾਂ ਉਹਨਾਂ ਨੂੰ ਲਿਖਿਆ ਅੱਗੇ ਪਿੱਛੇ ਕਰਕੇ ਤੇ P1 ਐਂਡ P2 ਹੈਵ ਸੇਮ ਸਾਈਡ, ਪੋਲੀਗਨਸ ਵੀ ਲਿਖਤਾ। ਇੱਕ ਮਿੰਟ, ਅਗਰ ਕਹਿੰਦੇ ਹੋ ਮੈਂ ਥੋੜਾ ਜਿਹਾ ਉਹਦੇ ਅਕੋਰਡਿੰਗ ਲਿਖ ਦੇਣਾ ਤਾਂ ਕਿ ਤੁਹਾਨੂੰ ਕਨਫਿਊਜ਼ਨ। P1 ਐਂਡ P2 ਆਰ ਪੋਲੀਗਨਸ, दोनों पॉलीगॉन्स ने, एंड P2 एंड P1 सेम साइड्स। मीन जेडे दो पॉलीगॉन्स होण, जेडे दो पॉलीगॉन होण ते साइडां सेम होण, वो पेयर बन के रिलेशन च आते हैं। दसो फिर कौन रिलेशन च आ गए, सेम साइड ते पॉलीगॉन। तो तुसी कह सकते हो P2 एंड P1 बिलोंग टू R। तो देखो इत्थे शुरुआत करी सी P1 P2 बिलोंग टू R, P2 P1 बिलोंग टू R। अगर एवें आ जाता है, ये भी R च होवे, उल्टा भी R च होवे, तो ये रिलेशन की बन जाता है सिमेट्रिक। स्टूडेंट्स ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਆ ਰਿਹਾ ਹੋਵੇਗਾ ਕਿ ਇਹ ਅਸੀਂ ਸਿਮੈਟ੍ਰਿਕ ਬਣਾ ਰਹੇ ਹਾਂ, ਰਿਫਲੈਕਸਿਵ ਵੀ ਬਣਾ ਲਿਆ ਹੈ ਤੇ ਹੁਣ ਦੇਖੋ ਅਸੀਂ ਸਿਮੈਟ੍ਰਿਕ ਵੀ ਬਣਾ ਲਿਆ। ਅੱਗੇ ਚੱਲਦੇ ਹਾਂ, ਸ਼ੁਰੂਆਤ ਕਰਦੇ ਹਾਂ ਨੰਬਰ 3 ਤੇ, ਉਹ ਕੀ ਹੈ ਟ੍ਰਾਂਸਟਿਵ। ਟ੍ਰਾਂਸਟਿਵ ਤੁਹਾਨੂੰ ਪਹਿਲਾਂ ਥੋੜਾ ਔਖਾ ਲੱਗਦਾ ਲੇਕਿਨ ਹੁਣ ਤੁਹਾਨੂੰ ਸਮਝ ਆਉਣ ਲੱਗ ਪਿਆ। ਟ੍ਰਾਂਸਟਿਵ ਵਾਸਤੇ ਕੀ ਕਰਨਾ ਹੈ, ਟ੍ਰਾਂਸਟਿਵ ਵਾਸਤੇ ਦੋ ਰਿਲੇਸ਼ਨ ਅਸੀਂ ਮੰਨਣੇ ਆ, ਤੀਸਰਾ ਰਿਲੇਸ਼ਨ ਅਸੀਂ ਪ੍ਰੂਵ ਕਰਨਾ ਹੈ। ਦੋ ਰਿਲੇਸ਼ਨ ਕੀ ਮੰਨਦੇ ਆ, ਲੈਟ P1 P2 ਬਿਲੋਂਗ ਟੂ R, P2 P3 बिलोंग टू R। समझ गए हो, P1 P2 R ਨੂੰ ਬਿਲੋਂਗ ਕਰਦਾ ਹੈ, P2 P3 ਤੇ ਨੀਚੇ ਲਿਖਾਂਗੇ P1 P3 ਬਿਲੋਂਗ ਟੂ R। ਇਹਦੇ ਵਾਸਤੇ ਕੀ ਕਹਿਣਾ ਹੈ ਜੀ, R ਨੂੰ ਬਿਲੋਂਗ ਕਰਦੇ ਨੇ, ਇਟ ਮੀਨ ਇਹ ਦੋਨੋਂ ਦੇ ਦੋਨੋਂ ਕੀ ਨੇ, ਪੋਲੀਗਨਸ ਨੇ, दोनों ਦੇ ਦੋਨੋਂ ਪੋਲੀਗਨਸ ਨੇ। ਐਂਡ P1 ਐਂਡ P2 ਕੀ ਹੋਣਗੇ, ਜੇ ਰਿਲੇਸ਼ਨ ਚ ਨੇ ਤਾਂ ਦੋਨੋਂ ਪੋਲੀਗਨਸ ਨੇ ਤੇ P1 P2 ਸੇਮ ਸਾਈਜ਼ ਨੇ। ਆਈ ਕੁਝ ਅੱਗੇ P2 P3 ਦੀ ਗੱਲ ਕਰਦੇ ਹਾਂ, ਮੈਂ ਵੱਡਾ ਸਾਰਾ ਹੈ ਤੇ P2 P3 ਵੀ ਕੀ ਨੇ, ਪੋਲੀਗਨਸ ਨੇ ਤੇ P2 P3 ਸੇਮ ਸਾਈਜ਼, पॉलीगन सेम साइड, पॉलीगन सेम साइड। अगर रिलेशन च ने इट मीन पॉलीगन्स ने ते इना दे साइड्स सेम ने। अगर ये रिलेशन च ने ते इना दे पॉलीगन ने, हुन मैं इकट्ठा कर रहा हूं, इंप्लाइज में इकट्ठा कर रहा है P1 P2 P3 तीनों दे तीनों की ने पॉलीगन्स, तीनों दे तीनों पॉलीगन्स ने ते P1 दी P2 दी ते P3 दी ਤਿੰਨਾਂ ਦੀਆਂ ਕੀ ਨੇ, ਸੇਮ ਸਾਈਡ। एक्चुअल जो कहते हैं P1 ਤੇ P2 ਦੀਆਂ ਸੇਮ ਸਾਈਡਾਂ ਨੇ, P2 ਤੇ P3 ਦੀਆਂ, मतलब P1 P2 P3 ਤਿੰਨਾਂ ਦੀਆਂ ਸੇਮ ਸਾਈਡ। ਅਗਰ ਤੁਸੀਂ ਵਿੱਚੋਂ ਇੱਕ ਨੂੰ ਛੋੜਨਾ ਚਾਹਦੇ ਛੱਡ ਦਿਓ, P1 P3 ਪੋਲੀਗਨਸ ਐਂਡ P1 P3
ਸੇਮ ਸਾਈਡਸ। ਇਹਦਾ ਮੀਨਿੰਗ ਕੀ ਹੈ? ਪੋਲੀਗਨਸ ਵੀ ਤੇ ਸੇਮ ਸਾਈਡ ਵੀ। ਜਦੋਂ ਇਹ ਦੱਸਿਆ ਕਿ ਪੋਲੀਗਨਸ ਵੀ ਹੈਗੀਆਂ ਨੇ ਸੇਮ ਸਾਈਡ ਵੀ ਹੈ, ਇਟ ਮੀਨ ਕੀ ਕਹਿਣਾ ਚਾਹਦੇ ਹੋ? ਪੋਲੀਗਨ ਵੀ ਹੈ ਸੇਮ ਸਾਈਡਸ ਵੀ ਹੈ। ਜੇ ਪੋਲੀਗਨ ਵੀ ਹੋਵੇ ਤਾਂ ਸੇਮ ਸਾਈਡ, ਤਾਂ ਇਹ ਆਪਸ 'ਚ ਰਿਲੇਸ਼ਨ 'ਚ ਆ ਜਾਂਦੇ ਨੇ। ਕੌਣ ਰਿਲੇਸ਼ਨ 'ਚ ਆ ਗਿਆ? ਬਿਲਕੁਲ P1 ਤੇ P3 ਰਿਲੇਸ਼ਨ 'ਚ ਆ ਗਿਆ। ਅਗਰ ਇਹ ਤਿੰਨੋਂ ਰਿਲੇਸ਼ਨ 'ਚ ਆ ਗਏ, P1 P3 ਬਿਲੋਂਗ ਟੂ R, दो ऐसी तीसरा बन गया, इट मीन ये रिलेशन की बन गया ट्रांसिटिव बन गया। रिफ्लेक्सिव भी, सिमेट्रिक भी, ट्रांसिटिव भी। जो रिलेशन रिफ्लेक्सिव, सिमेट्रिक, ट्रांसिटिव तीनों बन जावे, देयरफॉर इट इज इक्विवेलेंस रिलेशन। एक केड़ा रिलेशन बन गया बच्चे? इक्विवेलेंस रिलेशन। इक्विवेलेंस रिलेशन इनको इतना बोलते हैं। हां जी, नोट इट। हाँ जी, क्वेश्चन नंबर 3 आ रहे हैं, काफी इंपॉर्टेंट क्वेश्चन है। नाल नाल आप डिस्कस कर लेंगे। ये क्वेश्चन ਦੇ ਵਿੱਚ ਆਪਾਂ ਨੂੰ ਕੀ ਥਿਊਰੀਜ਼ ਵਗੈਰਾ ਚਾਹੀਦੇ ਨੇ। ਸ਼ੋ ਰਿਲੇਸ਼ਨ R, ਰੀਡ ਆਊਟ ਦਾ ਸਟੇਟਮੈਂਟ। ਰਿਲੇਸ਼ਨ R ਇਨ ਅ ਸੈਟ A ਆਫ ਪੁਆਇੰਟਸ। ਸੈਟ A ਦੇ ਵਿੱਚ ਕੀ ਹੈ? ਸੈਟ A ਆਫ ਪੁਆਇੰਟਸ ਇਨ ਪਲੇਨ। ਮੈਂ ਜਸਟ ਐਗਜ਼ਾਮਪਲ ਦੇਦਾ, ਜਿਵੇਂ XY ਪਲੇਨ ਹੈ, ਇੱਥੇ ਸਾਰੇ ਪੁਆਇੰਟ ਨੇ ਨਾ, ਜੋ XY ਪਲੇਨ ਦੇ ਉੱਪਰ ਜੋ ਸਾਰੇ ਪੁਆਇੰਟ ਹੈ, ਉਹ ਸਾਰੇ ਪੁਆਇੰਟ ਨੂੰ ਇੱਕ ਸੈਟ 'ਚ ਲਿਖ ਦਿੱਤਾ। ਇਹ ਕੀ ਚੀਜ਼ ਹੈ? A is a set of all points in plane। सबको ये पता लग गया कि A is a set of all points in plane। R रिलेशन किਵੇਂ डिफाइन कराया गया? R रिलेशन की है? R रिलेशन दो पॉइंटां च है, P ते Q ਦਾ ਕੀ ਰਿਲੇਸ਼ਨ ਹੈ? ਰਿਲੇਸ਼ਨ ਵਾਸਤੇ ਕੋਈ ਕੰਡੀਸ਼ਨ ਹੋਏਗੀ ਰਿਲੇਸ਼ਨ ਦੀ। distance of P from origin is the same as distance of point Q from, meaning P distance P from origin, P to origin ਦਾ distance is the same as distance Q from origin। मैं इनके वास्ते एक गल करदा, अगर मेरे को इत्थे XY प्लेन है, आ रहा X आ रहा Y आ रहा origin। हुण अगर मैं इत्थे गल करा P पॉइंट कोई मर्जी, इत्थे करके मैं गल करा Q पॉइंट कोई मर्जी, अगर P तो origin दा distance ਤੇ Q ਤੋਂ origin ਦਾ distance, ਅਗਰ ਇਹ ਦੋਨੋਂ distance same ਨੇ, origin ਤੋਂ P ਦਾ distance ਤੇ origin ਤੋਂ Q ਦਾ distance same ਹੈ, ਤਾਂ ਇਹ ਦੋਨੋਂ ਆਪਸ 'ਚ ਰਿਲੇਸ਼ਨ 'ਚ ਨੇ। ਅਗਰ ਮੈਂ ਗੱਲ ਕਰਾਂ P ਦਾ distance 5 ਹੈ ਤੇ Q ਦਾ 3 ਹੈ, origin ਤੋਂ 5 ਹੈ, ਤਾਂ ਇਹ P Q ਆਪਸ 'ਚ ਰਿਲੇਸ਼ਨ 'ਚ ਨਹੀਂ ਹੈ। ਰਿਲੇਸ਼ਨ 'ਚ ਅਸੀਂ ਉਹ ਦੋ ਪੁਆਇੰਟ ਲੈਣੇ ਨੇ ਜਿਨ੍ਹਾਂ ਦਾ origin ਤੋਂ distance ਕੀ ਹੈ? ਸੇਮ ਹੈ। समझ आ रहा है? ਤੇ ਕਹਿੰਦੇ ਸ਼ੋ ਕਰੋ ਇਹ ਰਿਲੇਸ਼ਨ ਕੀ ਇਕੁਇਵੈਲੈਂਸ। ਹਾਂਜੀ, ਦੇਖਦੇ ਹਾਂ ਇਕੁਇਵੈਲੈਂਸ ਵਾਸਤੇ ਸਭ ਤੋਂ ਪਹਿਲਾਂ ਅਸੀਂ ਰਿਫਲੈਕਸਿਵ ਸ਼ੁਰੂ ਕਰਨਾ ਹੈ। ਤੁਸੀਂ ਇੱਕ ਮਿੰਟ ਇਹਨੂੰ ਧਿਆਨ ਨਾਲ ਦੇਖੋ। ਅਗਰ ਮੈਂ ਗੱਲ ਕਰਾਂ Q ਨੂੰ ਛੋੜਦਾ, P ਦਾ origin ਤੋਂ ਡਿਸਟੈਂਸ ਤੇ P ਦਾ origin ਤੋਂ ਡਿਸਟੈਂਸ ਸੇਮ ਹੈ ਕਿ ਨਹੀਂ ਹੈ? ਬੇਵਕੂਫੀ ਵਾਲੀ ਗੱਲ ਜੀ ਲੱਗ ਰਹੀ ਹੈ, ਮਜ਼ਾਕ ਜੀ ਵਾਲੀ ਗੱਲ ਲੱਗ ਰਹੀ ਹੈ। P ਦਾ origin ਤੋਂ ਡਿਸਟੈਂਸ ਤੇ ਇਸੇ ਹੀ P ਦਾ origin ਤੋਂ ਡਿਸਟੈਂਸ ਅਲੱਗ-ਅਲੱਗ ਆਏਗਾ ਜਾਂ सेम ही आएगा। अगर इतने मैं कोई बोलता Q ਦਾ origin ਤੋਂ ਤੇ Q ਦਾ origin ਤੋਂ सेम ही आएगा। रिफ्लेक्सिव से की लिखना होता है? सेम ਦਾ सेम ਨਾਲ रिलेशन। एक रिलेशन की है इक्वल डिस्टेंस। तो अगर मैं कहा लेट P एनी पॉइंट लेगा, पॉइंट कितों चकने ने A। क्लियरली सच्ची दसो, क्लियरली डिस्टेंस ऑफ P from origin is equal to distance of, shorthand लिखता, distance of P from origin। P तो origin ਦਾ distance ਤੇ P ਤੋਂ origin ਦਾ distance ਤੇ ਇਸੇ ਹੀ P ਤੋਂ origin ਦਾ distance ਅਲੱਗ-ਅਲੱਗ ਆਏਗਾ ਕਿ ਸੇਮ ਆਏਗਾ? ਸੇਮ ਆਏਗਾ। ਅਗਰ ਦੋ ਪੁਆਇੰਟ ਸੈੱਟ ਚੋਂ ਲਏ ਗਏ ਹੋਣ ਤੇ ਦੋਨਾਂ ਦੇ ਡਿਸਟੈਂਸ ਸੇਮ ਆ, ਤਾਂ ਉਹ ਪੇਅਰ ਬਣ ਕੇ ਰਿਲੇਸ਼ਨ 'ਚ ਆ ਜਾਂਦੇ ਨੇ। ਇੱਥੇ ਦੱਸੋ ਕਿਹੜੇ ਰਿਲੇਸ਼ਨ 'ਚ ਆਣਗੇ? P ਤੇ P ਰਿਲੇਸ਼ਨ 'ਚ ਆ ਜਾਣਗੇ। देयरफॉर P, P belong to R। अगर P R 'ਚ ਨੇ, अगर सेम अगर मैं Q ਦੀ ਗੱਲ ਕਰਦਾ ਹਾਂ, ਮੈਂ ਇੱਕ ਐਗਜ਼ਾਮਪਲ ਲਈ, ਜਰਨਲ ਐਗਜ਼ਾਮਪਲ। ਤੁਸੀਂ ਕਹਿ ਸਕਦੇ ਹੋ ਸਰ ਅਸੀਂ Q ਲਾਂਗੇ, origin ਤੋਂ Q ਦਾ ਡਿਸਟੈਂਸ ਤੇ origin ਤੋਂ Q ਦਾ ਡਿਸਟੈਂਸ ਸੇਮ ਹੈ। ਬਿਲਕੁਲ ਜੀ, origin ਤੋਂ Q ਸੇਮ ਹੈ। इट मीन Q ਦੇ ਨਾਲ ਰਿਲੇਸ਼ਨ 'ਚ ਆ, ਇੱਥੇ P ਦੇ ਨਾਲ ਹੈ, Q ਦੇ ਨਾਲ R। ਅਗਰ ਐਨੇ ਸੇਮ ਰਿਲੇਸ਼ਨ 'ਚ ਆ ਜਾਣ ਸਾਰੇ, ਤਾਂ ਉਹਨੂੰ ਅਸੀਂ ਰਿਲੇਸ਼ਨ ਨੂੰ ਕੀ ਬੋਲਦੇ ਆ? ਇਟ ਇਜ਼ ਰਿਫਲੈਕਸਿਵ ਰਿਲੇਸ਼ਨ। ਹਮ ਕੋ ਨੈਕਸਟ ਪਾਰਟ ਨੰਬਰ 2 ਦੇ ਵਿੱਚ ਡੀਲਿੰਗ ਕਰਦੇ ਹਾਂ। ਰਿਫਲੈਕਸਿਵ ਤੋਂ ਬਾਅਦ ਅਸੀਂ ਡੀਲ ਕਰਦੇ ਹਾਂ ਸਿਮੈਟ੍ਰਿਕ। ਹਾਂਜੀ,
ਪੁਆਇੰਟ ਅਸੀਂ ਫਾਈਂਡ ਮੰਨਣਾ ਹੁੰਦਾ, ਦੂਜਾ ਅਸੀਂ ਫਾਈਂਡ ਆਊਟ ਕਰਨਾ ਹੁੰਦਾ। ਇੱਕ ਪੁਆਇੰਟ ਮੈਂ ਕੀ ਮੰਨ ਲਾਂ? ਹਾਂਜੀ, ਇੱਕ ਪੁਆਇੰਟ ਮੈਂ ਮੰਨ ਲੈਂਦਾ ਕੰਸੀਡਰ P and Q in relation। ਤੁਸੀਂ P Q ਰਿਲੇਸ਼ਨ 'ਚ ਮੰਨਦੇ ਆ ਤਾਂ ਬਣਾਣੇ ਕੀ ਆ? ਤੁਸੀਂ P Q ਰਿਲੇਸ਼ਨ 'ਚ ਮੰਨ ਕੇ Q P ਨੂੰ ਰਿਲੇਸ਼ਨ 'ਚ ਬਣਾਉਣਾ ਹੈ ਕਿਸੇ ਤਰੀਕੇ ਨਾਲ। ਤੁਸੀਂ ਕਹੋ ਸਰ ਜੇ P and Q ਰਿਲੇਸ਼ਨ 'ਚ ਨੇ, ਇਟ ਮੀਨ P ਤੇ Q ਦੋਨੋਂ ਕੀ ਨੇ? ਪੁਆਇੰਟਸ ਇਨ A ਤੋਂ ਪੁਆਇੰਟ ਲਏ ਗਏ ਤੇ ਹੋਏਗਾ ਕਿ ਜੇ P Q ਰਿਲੇਸ਼ਨ 'ਚ ਇੱਕ ਤਾਂ ਦੋਨੋਂ ਪੁਆਇੰਟ ਨੇ, ਦੂਸਰੀ ਇੱਕ ਹੋਰ ਗੱਲ ਵੀ ਹੋਏਗੀ, ਡਿਸਟੈਂਸ P from origin is the same as distance Q from origin। P ਤੋਂ origin ਦਾ distance ਤੇ Q ਤੋਂ origin ਦਾ distance ਕੀ ਹੈ? same। ਮੈਂ ਉਲਟਾ ਕਰ ਰਿਹਾ, ਜੇ P Q ਪੁਆਇੰਟ ਨੇ ਤਾਂ ਕਿ Q P ਪੁਆਇੰਟਸ ਨਹੀਂ ਹੈਗੇ in A, shorthand ਲਿਖਿਆ ਹੈ Q P are points in A and P ਤੋਂ O ਦਾ ਤੇ Q ਤੋਂ O ਦਾ distance ਮੈਂ left and right ਬੋਲ ਦੇਣਾ, distance Q from origin is the same as distance P from origin। दोनों पॉइंट ने आ देखो P Q रिलेशन च ना, मतलब दोनों पॉइंट ने ते दोनों ओरिजिन तो सेम दूरी ते ने। अगर P दा ओरिजिन तो डिस्टेंस ते Q दा ओरिजिन तो डिस्टेंस सेम है, आई रिपीट P दा ओरिजिन तो Q दा ओरिजिन तो डिस्टेंस सेम है, तो मैं की बोल सकता Q दा ओरिजिन तो ते P दा ओरिजिन तो डिस्टेंस सेम है, मीन ए भी सेम है, इट मीन Q P भी किंदे च आ गया? रिलेशन च आ गया। मैं गल दसा P Q रिलेशन च क्यों ने? P Q रिलेशन च इस करके ने क्योंकि P ते Q दोनों पॉइंट ने। नंबर 2 P दा ओरिजिन तो Q दा ओरिजिन तो डिस्टेंस सेम है। ਤੁਸੀਂ ਕਹੋ ਸਰ ਜੇ P Q ਪੁਆਇੰਟ ਨੇ ਤਾਂ Q P ਵੀ ਤਾਂ ਪੁਆਇੰਟ ਨੇ। ਜੇ P ਦਾ ओरिजिन तो Q ਦਾ ओरिजिन तो डिस्टेंस सेम है तो उल्टा बोलना Q ਦਾ ओरिजिन तो P ਦਾ ओरिजिन तो डिस्टेंस भी सेम है। उन्होंने जे P Q रिलेशन है तो Q P भी ਤਾਂ रिलेशन है, तो ये रिलेशन की बन गया? सिमेट्रिक बन गया। हजे ਆਪਾਂ ਇੱਕ ਦਿਨ ਨੂੰ ਹੋਰ ਹੀ ਟੌਪਿਕ ਤੇ ਲਗਾਵਾਂਗੇ, ਥੋੜਾ ਟਫ ਹੈ ਮੈਨੂੰ ਪਤਾ, ਹੌਲੀ ਹੌਲੀ ਕਰਕੇ ਇਹ ਚੀਜ਼ਾਂ ਕਲੀਅਰ ਹੋਣਗੀਆਂ। सिमेट्रिक भी हो गया, रिफ्लेक्सिव भी हो गया। नेक्स्ट डील करते हैं ट्रांजिटिव। हाँ जी, कम टू पॉइंट ट्रांजिटिव। ट्रांजिटिव वास्ते की करना है? दो चीजें मानिए, लेट P Q इन रिलेशन Q R इन रिलेशन। ठीक है, मैं आ वाला R ते आ वाला R सेम ना हो जाए, आ वाले R के ऊपर ना थोड़ा जिहा एवें करके डार्क कर देना। ठीक है ना, आ R की डार्क करें, रिलेशन वाला R अलग है, ये वाला R थोड़ा डार्क। P Q रिलेशन च ने, Q R रिलेशन च ने। हाँ जी, अगर P Q रिलेशन च है मतलब P ते Q की ने पॉइंट्स ने। ठीक है, ते ओरिजिन तो P दा डिस्टेंस मैं शॉर्ट हैंड लिखता OP। OP मतलब ओरिजिन तो P दा डिस्टेंस इज सेम एज ओरिजिन तो Q दा डिस्टेंस। ये पहले पॉइंट के अकॉर्डिंग मैं इतना लिखता। हाँ जी, मैं अंडरलाइन कर देना ताकि समझ आ जाए। पहले पॉइंट के अकॉर्डिंग मैं इतना कर देता। हुन Q R दा मतलब Q ते R, ਤੁਸੀਂ ਕਹੋ ਸਰ Q ਤੇ R ਵੀ ਦੋਨੋਂ ਦੇ ਦੋਨੋਂ ਕੀ ਨੇ? ਪੁਆਇੰਟਸ ਨੇ। ਠੀਕ ਹੈ ਨਾ, ਤੇ Q ਤੋਂ origin ਦਾ ਡਿਸਟੈਂਸ ਇਜ਼ ਸੇਮ ਐਜ਼ R ਤੋਂ origin ਦਾ ਡਿਸਟੈਂਸ। ਅਗਰ ਇਹ ਦੋਨੋਂ ਰਿਲੇਸ਼ਨ ਚ ਨੇ, ਇਹਦਾ ਮਤਲਬ ਜੇ ਰਿਲੇਸ਼ਨ ਚ ਤਾਂ ਦੋਨੋਂ ਪੁਆਇੰਟ ਹੋਣਗੇ, ਇਹਦਾ origin ਤੋਂ ਡਿਸਟੈਂਸ ਤੇ ਇਹਦਾ origin ਤੋਂ ਡਿਸਟੈਂਸ ਸੇਮ। ਅਗਰ ਇਹ ਦੋਨੋਂ ਰਿਲੇਸ਼ਨ ਚ ਨੇ, ਹੁਣ ਮੈਂ ਇੱਥੋਂ ਇਕੱਠਾ ਜੁਆਇਨ ਕਰ ਰਿਹਾ ਕਿ P Q R ਤਿੰਨੋਂ ਦੇ ਤਿੰਨੋਂ ਕੀ ਨੇ? ਪੁਆਇੰਟਸ ਨੇ। ਤਿੰਨੋਂ ਦੇ ਤਿੰਨੋਂ ਪੁਆਇੰਟਸ ਨੇ। ਹੁਣ ਅਗਲੀ ਗੱਲ O P O Q, ਤੁਸੀਂ ਕਹੋਗੇ O P ਸੇਮ ਹੈ, O Q ਸੇਮ ਹੈ, ਮੀਨਿੰਗ ਸੇਮ ਹੈ ਤੇ O R ਸੇਮ ਹੈ। ਇਹਨੂੰ ਐਵੇਂ ਨਹੀਂ ਲਿਖਣਾ ਤਾਂ ਤੁਸੀਂ ਐਂ ਲਿਖ ਸਕਦੇ ਹੋ O Q O R ਲਿਖ ਸਕਦੇ ਹੋ। ਅਗਰ ਕਨਫਿਊਜ਼ ਹੁੰਦੇ ਹੋ ਤਾਂ ਤੁਸੀਂ, ਕੋਈ ਇਸ਼ੂ ਨਹੀਂ। ਠੀਕ ਹੈ ਜੀ, ਤਿੰਨੋਂ ਪੁਆਇੰਟ ਨੇ, O ਤੋਂ P ਦਾ ਡਿਸਟੈਂਸ O Q ਸੇਮ ਹੈ। ਇਹ ਅਗਰ ਦੋਨੋਂ ਰਿਲੇਸ਼ਨ ਚ ਨੇ ਤਾਂ ਮਤਲਬ O ਤੋਂ Q ਦਾ ਰਿਲੇਸ਼ਨ ਡਿਸਟੈਂਸ O Q ਦਾ ਡਿਸਟੈਂਸ ਇਜ਼ ਸੇਮ ਐਜ਼ O R ਦਾ ਡਿਸਟੈਂਸ। ਮੈਂ ਤਿੰਨਾਂ ਨੂੰ ਜੁਆਇਨ ਕਰਤਾ, ਵਿਚੋਲਾ ਕੱਢ ਦਿੱਤਾ। P ਤੇ R ਦੋਨੋਂ ਕੀ ਨੇ? ਪੁਆਇੰਟਸ ਨੇ। अगर O P O Q O R है तो O P ਤੇ O R ਵੀ ਸੇਮ ਹੈ। ਇਹਦਾ ਮੀਨਿੰਗ ਕੀ? ਮੈਂ ਲਿਖਦਾ P and R ਦੋਨੋਂ ਦੇ ਦੋਨੋਂ ਪੁਆਇੰਟਸ ਨੇ and distance from P to O, P to O ਦਾ distance is the same as distance P to R, R to O। ठीक है जी, P to O ਦਾ distance is equal to P to R to O ਦਾ, P तो O ਦਾ डिस्टेंस R तो O ਦਾ डिस्टेंस सेम है। अगर ये रूल फॉलो कर रहे हैं इट मीन P R भी किंदे से आ जाएंगे? रिलेशन से आ जाएंगे। अगर
ਰਿਲੇਸ਼ਨ 'ਚ ਆ ਗਿਆ ਇਹ ਵਾਲੇ ਵੀ, ਤਾਂ ਇੱਕ ਹੀ ਬਣ ਗਿਆ ਸਾਡਾ ਟ੍ਰਾਂਜ਼ਿਟਿਵ। ਰਿਫਲੈਕਸਿਵ ਵੀ ਆ ਗਿਆ, ਸਿਮੈਟ੍ਰਿਕ ਵੀ ਆ ਗਿਆ, ਟ੍ਰਾਂਜ਼ਿਟਿਵ। ਅਗਰ ਕੋਈ ਰਿਫਲੈਕਸਿਵ, ਸਿਮੈਟ੍ਰਿਕ, ਟ੍ਰਾਂਜ਼ਿਟਿਵ ਤਿੰਨੋਂ ਆ ਜਾਵੇ, ਇਟ ਮੀਨ ਇੱਕ ਹੀ ਬਣ ਰਿਹਾ ਹੈ, ਇਕੁਇਵੈਲੈਂਸ ਬਣ ਰਿਹਾ। ਇਹ ਬਣ ਗਿਆ ਸਾਡਾ ਇਕੁਇਵੈਲੈਂਸ ਰਿਲੇਸ਼ਨ। आइए ਅਸੀਂ प्रूव करना चाहते ਸੀ इक्विवेलेंस रिलेशन। ਅੱਜ ਦੇ ਇਹੀ ਇੰਪੋਰਟੈਂਟ ਕੁਐਸਚਨ ਆਪਾਂ ਡਿਸਕਸ ਕਰਨੇ ਆ। ਕੱਲ ਫਿਰ ਮਿਲਦੇ ਆ ਕੁਝ ਹੋਰ ਇੰਪੋਰਟੈਂਟ ਕੁਐਸਚਨ ਲੈ ਕੇ। ਪਲੀਜ਼ ਇਹਨਾਂ ਨੂੰ ਆਰਾਮ ਨਾਲ ਕਵਰ ਕਰ ਲਿਆ ਜੀ, ਕਾਫੀ ਇੰਪੋਰਟੈਂਟ ਕੁਐਸਚਨ ਨੇ। ਵਿਦ ਟਾਈਮ ਅਗਰ ਇਹਨਾਂ ਨੂੰ ਰਿਵਾਈਜ਼ ਕਰੋਗੇ ਤਾਂ ਤੁਹਾਨੂੰ ਜ਼ਿਆਦਾ ਸਮਝ ਆਏਗਾ। ਇੱਕ ਅੱਜ ਮਤਲਬ ਵੀਰਵਾਰ ਥਰਸਡੇ ਇੱਕ ਤੁਹਾਡੇ ਵਾਸਤੇ ਸਪੈਸ਼ਲ ਛੋਟਾ ਜਿਹਾ ਮੋਟੀਵੇਸ਼ਨਲ ਲੈਕਚਰ ਲੈ ਕੇ ਆ ਰਿਹਾ। ਸਿਰਫ ਤੇ ਸਿਰਫ 12 ਮਿੰਟ ਦਾ ਬਹੁਤ ਹੀ ਇੰਸਪਾਇਰਿੰਗ ਲੈਸਨ ਹੈ। ਜ਼ਰੂਰ ਦੇਖਿਆ ਜੇ, ਆਪਣੇ ਸਾਰੇ ਫਰੈਂਡਸ ਨੂੰ ਵੀ ਜ਼ਰੂਰ ਸ਼ੇਅਰ ਕਰਿਆ ਜੇ। ਟੌਪਿਕ ਦਾ ਨਾਮ ਹੈ ਟੌਪਰਸ ਹੈਬਿਟ। ਕਿਹੜੀਆਂ ਹੈਬਿਟਸ ਨੇ ਇੰਟੈਲੀਜੈਂਟ ਬੱਚਿਆਂ ਦੇ ਕਾਰਨ ਜਿਨ੍ਹਾਂ ਕਾਰਨ ਉਹ ਅੱਛਾ ਸਕੋਰ ਕਰ ਪਾਉਂਦੇ ਨੇ, ਜਿਨ੍ਹਾਂ ਨਾਲ ਕੰਸੈਂਟਰੇਸ਼ਨ ਉਹਨਾਂ ਦੀ ਇੰਪਰੂਵ ਹੋ ਪਾਉਂਦੀ ਹੈ। ਕਦੀ ਤੁਹਾਡੀ ਕੰਸੈਂਟਰੇਸ਼ਨ ਨਹੀਂ ਬਣ ਪਾ ਰਹੀ ਤਾਂ ਪ੍ਰੋਬਲਮ ਆਉਂਦੀ ਹੈ, ਕੁਝ ਯਾਦ ਕਰਦੇ ਹੋ ਭੁੱਲ ਜਾਂਦਾ ਹੈ, ਕਾਫੀ ਪ੍ਰੋਬਲਮ ਜੋ ਤੁਹਾਡੀ ਲਾਈਫ ਦੀਆਂ ਸਾਰੀਆਂ ਪ੍ਰੋਬਲਮਸ ਨੇ ਉਹ ਉਸ ਚੈਪਟਰ ਦੇ ਵਿੱਚ, ਉਸ ਮੋਟੀਵੇਸ਼ਨਲ ਲੈਕਚਰ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ। ਅੱਜ 5:30 ਵਜੇ 5:30 ਤੇ ਆਏਗਾ, ਬਿਲਕੁਲ ਐਗਜ਼ੈਕਟਲੀ ਜ਼ਰੂਰ ਦੇਖਿਆ ਜੀ। ਥੈਂਕ ਯੂ।